हाँ जी, देख रहे हो विजन पंजाब टीवी। देखते रहो, देखने वाला चैनल है। तो मैं दीपक शर्मा चनारथल एक बार फिर लैके हाजिर हाँ खबरों की खबर। कई लेख, कई आर्टिकल, कई टिप्पणियाँ हैं वो अपने आप दे विच ही खबर हुंदी है, वो अंदर दी खबर हुंदी है। सो मैं जदों ਵੱਖ-ਵੱਖ अखबारां दीयां संपादकीयां पढ़दा है, ਵੱਖ-ਵੱਖ अखबारां दे आर्टिकल लेख पढ़दा है, ਤਾਂ ਉਹਦੇ ਵਿੱਚੋਂ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਕਿ ਵਿਜ਼ਨ ਪੰਜਾਬ ਟੀ ਵੀ ਦੇ ਦਰਸ਼ਕਾਂ ਤੱਕ ਪੜਨੀ ਚਾਹੀਦੀ ਹੈ, ਵਿਜ਼ਨ ਪੰਜਾਬ ਟੀ ਵੀ ਦੇ ਸਰੋਤਿਆਂ ਤੱਕ ਜਾਣੀ ਚਾਹੀਦੀ ਹੈ। ਸੋ ਮੈਂ ਉਹ ਚੀਜ਼ ਤੁਹਾਡੇ ਤੱਕ ਇਸ ਖਬਰਾਂ ਦੀ ਖਬਰ 'ਚ ਲਿਆਉਣਾ। ਸਰਗੋਸ਼ੀਆਂ ਅਜੀਤ ਅਖਬਾਰ ਦੇ ਵਿੱਚ ਇੱਕ ਲੜੀਵਾਰ ਕਾਲਮ ਛਪਦਾ ਸਰਗੋਸ਼ੀਆਂ ਹਰਜਿੰਦਰ ਸਿੰਘ ਲਾਲ ਜੀ ਹੋਰਾਂ ਦਾ। ਉਹ ਮੈਂ ਰੈਗੂਲਰ ਪਾਠਕ ਵੀ ਹਾਂ ਉਹਦਾ, ਅਤੇ ਲਗਾਤਾਰ ਉਹਨੂੰ ਹਰ ਹਫ਼ਤੇ ਪੜ੍ਹਦਾ ਵੀ ਹਾਂ। ਅਤੇ ਇਸ ਵਾਰ ਮੈਨੂੰ ਲੱਗਿਆ ਕਿ ਕਿਸਾਨੀ ਵਾਲੇ ਮਸਲੇ ਨੂੰ ਲੈ ਕੇ ਜਿਸ ਢੰਗ ਨਾਲ ਉਹਨਾਂ ਨੇ ਸਾਰੇ ਪਹਿਲੂਆਂ ਨੂੰ ਛੂਹਿਆ ਹੈ, ਜਿਹਦੀ ਗੱਲ ਆਪਾਂ ਵੀ ਅਕਸਰ ਖਬਰਾਂ ਦੀ ਖਬਰ 'ਚ ਕਰਦੇ ਰਹਿੰਦੇ ਹਾਂ। ਸੋ ਉਸ ਹਵਾਲੇ ਨਾਲ ਉਹਨਾਂ ਦਾ ਉਹ ਲੇਖ ਸਰਗੋਸ਼ੀਆਂ ਦੇ ਨਾਂ ਹੇਠ ਜਿਹੜਾ ਅਜੀਤ ਅਖਬਾਰ 'ਚ ਛਪਦਾ ਹਰਜਿੰਦਰ ਸਿੰਘ ਲਾਲ ਜੀ ਹੋਰਾਂ ਦਾ, ਇੱਕ ਤਾਂ ਮੈਂ ਉਹ ਅੱਜ ਲੈ ਕੇ ਤੁਹਾਡੇ ਸਾਹਮਣੇ ਆਪਣੇ। ਅਤੇ ਇਸੇ ਤਰ੍ਹਾਂ ਉਸੇ ਲੇਖ ਦੇ ਮੁੱਖ ਲੇਖ ਦੇ ਥੱਲੇ ਮਿਡਲ ਜਿਹਨੂੰ ਅਸੀਂ ਕਹਿੰਦੇ ਹਾਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਹੋਰਾਂ ਦਾ ਲੇਖ, ਉਹ ਵੀ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਚਾਹੁੰਦਾ। ਸੋ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਖਬਰਾਂ ਨੇ, ਖਬਰ ਦੀਆਂ ਅੰਦਰ ਦੀਆਂ ਗੱਲਾਂ ਨੇ ਉਹਦੇ ਵਿੱਚ। ਸੋ ਬੜੇ ਗੌਰ ਨਾਲ ਧਿਆਨ ਦੇਣ ਵਾਲੀਆਂ ਇਹ ਗੱਲਾਂ ਨੇ। ਮੈਂ ਇਸ ਲਈ ਸਰਗੋਸ਼ੀਆਂ ਹਰਜਿੰਦਰ ਸਿੰਘ ਲਾਲ ਹੋਰਾਂ ਦੇ ਅੱਜ ਦੇ ਮੁੱਖ ਲੇਖ ਜਿਹੜਾ ਛਪਿਆ ਉਹਨਾਂ ਦਾ ਅਜੀਤ ਅਖਬਾਰ ਦੇ ਵਿੱਚ, ਕੀ ਹੁਣ ਕਿਸਾਨਾਂ ਨੂੰ ਸਮਰਥਨ ਮੁੱਲ ਮਿਲਣਾ ਯਕੀਨੀ ਹੋ ਜਾਵੇਗਾ। ਸੋ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਹਵਾਲੇ ਨਾਲ ਇਹ ਗੱਲ ਕੀਤੀ। ਸੋ ਮੈਂ ਉਹ ਹੂਬਹੂ ਤੁਹਾਡੇ ਸਾਹਮਣੇ ਰੱਖਦਾ। ਕੀ ਹੁਣ ਕਿਸਾਨਾਂ ਨੂੰ ਸਮਰਥਨ ਮੁੱਲ ਮਿਲਣਾ ਯਕੀਨੀ ਹੋ ਜਾਵੇਗਾ। जो आज तक हुआ कुछ कुछ समझ में आता है, कोई बताए जहाँ इसके बाद क्या होगा। पंजाब ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਉੱਤੇ ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦੇ ਮਤਿਆਂ ਦਾ ਸਰਬਸੰਮਤੀ ਨਾਲ ਪਾਸ ਕਰਵਾ ਲਏ ਗਏ ਹਨ। ਪਰ ਹੁਣ ਇਸ ਤੋਂ ਬਾਅਦ ਕੀ ਹੋਵੇਗਾ। ਸਭ ਨੂੰ ਜੋ ਸਮਝ ਵਿੱਚ ਆ ਰਿਹਾ ਹੈ ਉਹ ਸਿਰਫ ਇੰਨਾ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਮਤੇ ਕਾਨੂੰਨ ਨਹੀਂ ਬਣ ਸਕਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਰਾਜਪਾਲ ਹੀ ਇਸ ਉੱਤੇ ਦਸਤਖਤ ਨਹੀਂ ਕਰਨਗੇ, ਨਾ ਹੀ ਰਾਸ਼ਟਰਪਤੀ ਵੱਲੋਂ ਇਹਨਾਂ 'ਤੇ ਦਸਤਖਤ ਕੀਤੇ ਜਾਣ ਦੇ ਕੋਈ ਅਸਾਰ ਹਨ। ਰਹੀ ਗੱਲ ਸੁਪਰੀਮ ਕੋਰਟ ਵਿੱਚ ਜਾਣ ਦੀ, ਜੇ ਸੁਪਰੀਮ ਕੋਰਟ ਪਾਣੀਆਂ ਦੇ ਸਮਝੌਤੇ ਰੱਦ ਕਰਨ ਦੇ ਕਾਨੂੰਨ, ਜੋ ਸਿਰਫ ਦੋ ਧਿਰਾਂ ਦੇ ਆਪਸੀ ਸਮਝੌਤੇ ਵਿਧਾਨ ਸਭਾ ਵੱਲੋਂ ਰੱਦ ਕੀਤੇ ਜਾਣ ਦੀ ਗੱਲ ਸੀ, ਨੂੰ ਰੱਦ ਕਰ ਸਕਦੀ ਹੈ, ਤਾਂ ਇਹਨਾਂ ਨਵੇਂ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵਿੱਚ ਜਿੱਤ ਦੀ ਆਸ ਰੱਖਣੀ ਮੂਰਖਾਂ ਦੇ ਸਵਰਗ ਵਿੱਚ ਰਹਿਣ ਵਰਗੀ ਗੱਲ ਹੀ ਹੈ। ਸੋ ਜਿਹੜੀ ਗੱਲ ਆਪਾਂ ਅਕਸਰ ਕਰਦੇ ਰਹੇ ਹਾਂ ਕਿ ਕਿਸਾਨ ਜਥੇਬੰਦੀਆਂ ਦੀ ਵੀ ਇਸ ਗੱਲ ਤੋਂ ਜਾਣੂ ਸਨ, ਮੀਡੀਆ ਵੀ ਇਸ ਗੱਲ ਤੋਂ ਜਾਣੂ ਸੀ, ਬੁੱਧੀਜੀਵੀ, ਕਿਸਾਨ ਹਿਤੈਸ਼ੀ, ਕਿਸਾਨ ਮਸਲਿਆਂ ਦੇ ਮਾਹਰ, ਇੱਥੋਂ ਤੱਕ ਕਿ ਜਿਹੜੀਆਂ ਰਾਜਨੀਤਿਕ ਧਿਰਾਂ ਵਿਧਾਨ ਸਭਾ 'ਚ ਮਤੇ ਲਿਆ ਰਹੀਆਂ ਸੀ, ਜਿਹੜੀ ਸਰਕਾਰ ਲਿਆ ਰਹੀ ਸੀ, ਜਿਹੜੇ ਤੋਂ ਸਮਰਥਨ ਕਰ ਰਹੇ ਸੀ, ਉਹ ਵੀ ਜਾਣਦੇ ਸੀ ਕਿ ਪਹਿਲੀ ਕਹਾਣੀ ਤਾਂ ਰਾਜਪਾਲ 'ਤੇ ਜਾ ਕੇ ਮੁੱਕ ਜਾਣੀ ਹੈ। ਜੇ ਉੱਥੋਂ ਅੱਗੇ ਦਿੱਲੀ ਤੱਕ ਪਹੁੰਚ ਵੀ ਗਈ ਤਾਂ ਰਾਸ਼ਟਰਪਤੀ ਨੂੰ ਸਾਈਨ ਨਹੀਂ ਕਰਨੇ। ਸੋ ਉਸੇ ਗੱਲ ਨੂੰ ਉਹਨਾਂ ਨੇ ਕਿਹਾ ਕਿ ਰਹੀ ਗੱਲ, ਜੇ ਇਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਰਾਸ਼ਟਰਪਤੀ ਨਹੀਂ ਕਰਦੇ ਸੁਪਰੀਮ ਕੋਰਟ ਤੱਕ ਜਾ ਸਕਦੇ ਹਾਂ, ਤਾਂ ਹਰਜਿੰਦਰ ਸਿੰਘ ਲਾਲ ਜੀ ਹੋਰੀ ਲਿਖਦੇ ਨੇ, ਕਹਿੰਦੇ ਕਿ ਜੇ ਸੁਪਰੀਮ ਕੋਰਟ ਰਹੀ ਗੱਲ ਸੁਪਰੀਮ ਕੋਰਟ ਵਿੱਚ ਜਾਣ ਦੀ, ਜੇ ਸੁਪਰੀਮ ਕੋਰਟ ਪਾਣੀ ਦੇ ਸਮਝੌਤੇ ਰੱਦ ਕਰਨ ਦੇ ਕਾਨੂੰਨ, ਜੋ ਸਿਰਫ ਦੋ ਧਿਰਾਂ ਦੇ ਆਪਸੀ ਸਮਝੌਤੇ ਵਿਧਾਨ ਸਭਾ ਵੱਲੋਂ ਰੱਦ ਕੀਤੇ ਜਾਣ ਦੀ ਗੱਲ ਸੀ, ਨੂੰ ਰੱਦ ਕਰ ਸਕਦੀ ਹੈ, ਤਾਂ ਇਹਨਾਂ ਨਵੇਂ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵਿੱਚ ਜਿੱਤ ਦੀ ਆਸ ਰੱਖਣੀ ਮੂਰਖਾਂ ਦੇ ਸਵਰਗ ਵਿੱਚ ਰਹਿਣ ਵਰਗੀ ਗੱਲ ਹੀ ਹੈ। ਬੇਸ਼ੱਕ ਕੇਂਦਰ ਨੇ ਧੱਕਾ ਕੀਤਾ ਹੈ, ਪਰ ਉਸਨੇ ਕਾਨੂੰਨ ਬਣਾਉਣ ਲੱਗਿਆਂ ਸੰਵਿਧਾਨ ਦੇ ਦਾਇਰੇ ਦੀਆਂ ਪੇਚੀਦਗੀਆਂ ਦਾ ਖਿਆਲ ਹੀ ਰੱਖਿਆ ਹੈ। ਕਿਸਾਨ ਯੂਨੀਅਨਾਂ ਖੁਸ਼ ਹਨ ਕਿ ਸਾਡੇ ਸੰਘਰਸ਼ ਦੀਆਂ ਇਹ ਪ੍ਰਾਪਤੀਆਂ ਹਨ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ ਅਤੇ ਅਕਾਲੀ ਦਲ ਨੂੰ ਭਾਜਪਾ ਛੱਡ ਕੇ ਕਿਸਾਨਾਂ ਨਾਲ ਖੜ੍ਹਨਾ ਪਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸੋਧੇ ਕਾਨੂੰਨ ਪਾਸ ਕਰਾਉਣੇ ਪਏ। ਪਰ ਕੀ ਕਿਸਾਨਾਂ ਨੂੰ ਸਮਰਥਨ ਮੁੱਲ ਮਿਲਣਾ ਯਕੀਨੀ ਹੋ ਗਿਆ ਹੈ। ਉਹ ਕਹਿੰਦੇ ਸਾਰਾ ਕੁਛ ਪ੍ਰਾਪਤੀਆਂ ਵਜੋਂ ਦੇਖਿਆ ਜਾ ਰਿਹਾ, ਪਰ ਇਹਦੇ ਨਾਲ ਕੀ ਕਿਸਾਨਾਂ ਨੂੰ ਸਮਰਥਨ ਮੁੱਲ ਮਿਲਣਾ ਯਕੀਨੀ ਹੋ ਗਿਆ। ਪਰ ਕੀ ਕਿਸਾਨਾਂ ਨੂੰ ਸਮਰਥਨ ਮੁੱਲ ਮਿਲਣਾ ਯਕੀਨੀ ਹੋ ਗਿਆ ਹੈ? ਨਹੀਂ, ਬਿਲਕੁਲ ਨਹੀਂ। ਉਂਝ ਜਿਸ ਦਿਨ ਮੁੱਖ ਮੰਤਰੀ ਅਤੇ ਕਿਸਾਨ ਆਗੂਆਂ ਵਿੱਚ ਮੀਟਿੰਗ ਸੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਸੇ ਦਿਨ ਕਿਹਾ ਸੀ ਕਿ ਅਸੀਂ ਤਾਂ ਕਾਨੂੰਨ ਪਾਸ ਕਰ ਦੇਵਾਂਗੇ, ਪਰ ਕੀ ਗਵਰਨਰ ਉਸ 'ਤੇ ਦਸਤਖਤ ਕਰ ਦੇਣਗੇ। ਹੁਣ ਲੜਾਈ ਸਿੱਧੀ ਕੇਂਦਰ ਨਾਲ ਹੈ। ਵੇਖਣਾ ਹੋਵੇਗਾ ਕਿਸਾਨ ਆਗੂ ਕਿੰਨੀ ਸਿਆਣਪ ਨਾਲ ਲੜਦੇ ਹਨ ਅਤੇ ਕੇਂਦਰ ਸਰਕਾਰ ਇਸ ਅੰਦੋਲਨ ਪ੍ਰਤੀ ਕੀ ਰਵੱਈਆ ਅਪਣਾਉਂਦੀ ਹੈ। ਸਮਝ ਕੇ ਜ਼ੁਲਮ ਕਰੋ ਇਹ ਬੂਤੋ ਖੁਦਾ ਵੀ ਹੈ, तुम्हारे जोरो जफ़ा की कुछ इंतहा भी है। समझ कर जुल्म करो ए बुतो खुदा भी है, तुम्हारे जोरो जफ़ा की कुछ इंतहा भी है। कैप्टन दा स्टैंड अगला पड़ाव दे विच लाल जी लिखते हैं, कैप्टन दा स्टैंड। कोई कुछ कहे पर एक गल साफ है कि मुख्य मंत्री कैप्टन अमरिंदर सिंह नूं तीर निशाने ते लाउणा आउंदा है।
ਤੇ ਉਹ ਇਹ ਵੀ ਜਾਣਦੇ ਹਨ ਕਿ ਪੰਜਾਬੀਆਂ ਦੀ ਮਾਨਸਿਕਤਾ ਨੂੰ ਕਿਵੇਂ ਜਿੱਤਣਾ ਹੈ। ਇਸ ਲਿਖਤ ਦੇ ਵਿੱਚ ਇੱਕ ਤਰ੍ਹਾਂ ਦਾ ਤੰਜ ਵੀ ਹੈ ਤੇ ਰਾਜਨੀਤਿਕ ਜਿਹੜੀ ਚਾਲ ਹੁੰਦੀ ਆ ਉਹਦਾ ਵੀ ਮਤਲਬ ਕਿ ਉਧੇੜ ਬੁੰਨ ਸਾਰੀ ਖੋਲ੍ਹ ਕੇ ਸਾਹਮਣੇ ਰੱਖੀ ਹੈ। ਸੋ ਉਹ ਕਹਿੰਦੇ ਕਿ ਕੋਈ ਕੁਝ ਵੀ ਕਹੇ ਪਰ ਇਹ ਗੱਲ ਸਾਫ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੀਰ ਨਿਸ਼ਾਨੇ 'ਤੇ ਲਾਉਣਾ ਆਉਂਦਾ ਤੇ ਉਹ ਇਹ ਵੀ ਜਾਣਦੇ ਨੇ ਕਿ ਪੰਜਾਬੀਆਂ ਦੀ ਮਾਨਸਿਕਤਾ ਨੂੰ ਕਿਵੇਂ ਜਿੱਤਣਾ। ਉਹਨਾਂ ਵੱਲੋਂ ਕੇਂਦਰੀ ਕਾਨੂੰਨਾਂ ਖਿਲਾਫ ਪਾਸ ਕਰਵਾਏ ਮਤੇ ਕਾਨੂੰਨ ਬਣਨ ਭਾਵੇਂ ਨਾ, ਪਰ ਜਿਸ ਤਰ੍ਹਾਂ ਉਹਨਾਂ ਨੇ ਦੇਸ਼ ਭਰ ਵਿੱਚ ਪਹਿਲ ਕੀਤੀ ਅਤੇ ਕਿਹਾ ਕਿ ਅਸਤੀਫਾ ਮੇਰੀ ਜੇਬ ਵਿੱਚ ਹੈ, ਜੇ ਅਸਤੀਫਾ ਮੇਰੀ ਜੇਬ ਵਿੱਚ ਹੈ ਜਾਂ ਕੇਂਦਰ ਬੇਸ਼ੱਕ ਮੈਨੂੰ ਬਰਖਾਸਤ ਕਰ ਦੇਵੇ, ਉਸ ਨਾਲ ਉਹਨਾਂ ਨੇ ਆਪਣਾ ਕੱਦ ਜ਼ਰੂਰ ਉੱਚਾ ਕੀਤਾ। ਇੱਕ ਤਾਂ ਇਹ ਕਹਿਣਾ ਕਿ ਅਸਤੀਫਾ ਮੇਰੀ ਜੇਬ 'ਚ ਪਿਆ ਅਤੇ ਦੂਜਾ ਕਹਿਣਾ ਕਿ ਜਾਂ ਫਿਰ ਕੇਂਦਰ ਮੈਨੂੰ ਬਰਖਾਸਤ ਕਰ ਦੇਵੇ। ਕਹਿੰਦੇ ਉਸ ਨਾਲ ਉਹਨਾਂ ਨੇ ਆਪਣਾ ਕੱਦ ਜ਼ਰੂਰ ਉੱਚਾ ਕੀਤਾ ਹੈ। ਪੰਜਾਬ ਦੇ ਬਿੱਲਾਂ ਨਾਲ ਕੋਈ ਹੋਰ ਫਾਇਦਾ ਹੋਵੇ ਨਾ ਹੋਵੇ, ਮਾਮਲਾ ਕੁਝ ਸਾਲਾਂ ਲਈ ਲਟਕ ਜ਼ਰੂਰ ਜਾਵੇਗਾ। ਸੋ ਕਹਿੰਦੇ ਕਿ ਰਾਸ਼ਟਰਪਤੀ ਕੋਲ ਜਾ ਕੇ ਫਿਰ ਸੁਪਰੀਮ ਕੋਰਟ ਜਾ ਕੇ ਮਾਮਲਾ ਲਟਕ ਜਾਏਗਾ। ਪਰ ਇੱਕ ਖਤਰਾ ਵੀ ਲੱਗਦਾ ਹੈ ਕਿ ਕਿਤੇ ਇਸ ਨਾਲ ਪੰਜਾਬ ਦੇ ਖੇਤੀ ਸੈਕਟਰ ਵਿੱਚ ਨਿੱਜੀ ਨਿਵੇਸ਼ ਬਿਲਕੁਲ ਨਾ ਰੁਕ ਜਾਵੇ। ਕਹਿੰਦੇ ਇਹ ਵੀ ਖਤਰਾ ਖੜਾ ਹੋ ਗਿਆ ਕਿ ਹੁਣ ਸਜ਼ਾ ਹੋ ਸਕਦੀ ਹੈ, ਜੁਰਮਾਨੇ ਹੋ ਸਕਦੇ ਨੇ ਜੇਕਰ ਉਹ ਘੱਟ MSP ਤੋਂ ਖਰੀਦੇਗਾ। ਹੋ ਸਕਦਾ ਫਿਰ ਪ੍ਰਾਈਵੇਟ ਵਪਾਰੀ, ਪ੍ਰਾਈਵੇਟ ਕੰਪਨੀਆਂ ਬਿਲਕੁਲ ਇਹ ਪੰਜਾਬ ਵੱਲ ਰੁੱਖ ਨਾ ਕਰੋ। ਕਹਿੰਦੇ ਇਹ ਵੀ ਸੰਭਾਵਨਾ ਬਣਦੀ ਹੈ। ਪਰ ਇੱਕ ਖਤਰਾ ਵੀ ਲੱਗਦਾ ਹੈ ਕਿ ਕਿਤੇ ਇਸ ਨਾਲ ਪੰਜਾਬ ਦੇ ਖੇਤੀ ਸੈਕਟਰ ਵਿੱਚ ਨਿੱਜੀ ਨਿਵੇਸ਼ ਬਿਲਕੁਲ ਨਾ ਰੁਕ ਜਾਵੇ। ਇਹ ਫੈਸਲਾ ਹੁਣ ਗੈਰ ਭਾਜਪਾ ਸ਼ਾਸਿਤ ਰਾਜਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰੇਗਾ, ਜਿਸ ਨਾਲ ਗੱਲ ਸਿਰਫ ਸਮਰਥਨ ਮੁੱਲ ਤੱਕ ਹੀ ਨਹੀਂ ਰੁਕੇਗੀ, ਸਗੋਂ ਕੇਂਦਰ ਰਾਜ ਸੰਬੰਧਾਂ ਅਤੇ ਸੰਘਵਾਦ ਦੀ ਪਰਿਭਾਸ਼ਾ ਉੱਤੇ ਵੀ ਬਹਿਸ ਤੇਜ਼ ਹੋਵੇਗੀ। ਸੋ ਆਪਾਂ ਵੀ ਕੱਲ੍ਹ ਇਹ ਗੱਲ ਕੀਤੀ ਸੀ ਕਿ ਮਸਲਾ ਹੁਣ ਇਹ ਕਿਸਾਨਾਂ ਤੋਂ ਨਿਕਲ ਕੇ ਲੋਕ ਅੰਦੋਲਨ ਤੱਕ ਬਣੇਗਾ, ਲੋਕ ਲਹਿਰ ਤੱਕ ਬਣੇਗਾ। ਅਤੇ ਇਹ ਜਿਹੜਾ ਕਿਹਾ ਜਾ ਰਿਹਾ ਕਿ ਕੇਂਦਰੀਕਰਨ ਹੋ ਰਿਹਾ ਸੂਬਿਆਂ ਦੇ ਅਧਿਕਾਰ ਖੋਹਣ ਦੀ, ਉਹ ਵੀ ਲੜਾਈ ਬਣਨੀ ਹੈ। ਉਸ ਢੰਗ ਨਾਲ ਵੀ ਅੱਗੇ ਵਧਣਾ। ਸੋ ਤਾਂ ਹੀ ਉਸੇ ਵੱਲ ਹਰਜਿੰਦਰ ਸਿੰਘ ਲਾਲ ਹੋਰਾਂ ਨੇ ਵੀ ਇਸ਼ਾਰਾ ਕੀਤਾ। ਉਹ ਕਹਿੰਦੇ ਕਿ ਜਿਸ ਨਾਲ ਗੱਲ ਸਿਰਫ ਸਮਰਥਨ ਮੁੱਲ ਤੱਕ ਹੀ ਨਹੀਂ ਰੁਕੇਗੀ, ਸਗੋਂ ਕੇਂਦਰ ਰਾਜ ਸੰਬੰਧਾਂ ਅਤੇ ਸੰਘਵਾਦੀ ਪਰਿਭਾਸ਼ਾ ਉੱਤੇ ਵੀ ਬਹਿਸ ਤੇਜ਼ ਹੋਵੇਗੀ। ਪਰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਜਦੋਂ ਇਹ ਅਹਿਸਾਸ ਹੋਇਆ ਕਿ ਇਸ ਦਾ ਸਿਆਸੀ ਫਾਇਦਾ ਤਾਂ ਕੈਪਟਨ ਅਤੇ ਕਾਂਗਰਸ ਨੂੰ ਹੋ ਰਿਹਾ ਹੈ, ਤਾਂ ਅਕਾਲੀ ਦਲ, ਆਪ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਆਦਿ ਕਹਿਣ ਲੱਗ ਪਏ ਕਿ ਮੁੱਖ ਮੰਤਰੀ ਨੇ ਬਿੱਲ ਲਿਆ ਕੇ ਸਿਰਫ ਡਰਾਮਾ ਹੀ ਕੀਤਾ। ਕਹਿੰਦੇ ਜਦੋਂ ਤੱਕ ਉਹਨਾਂ ਨੂੰ ਸਮਝ ਲੱਗੀ ਕਿ ਲੈ ਵੀ ਇਹ ਤਾਂ ਸਾਰੀ ਗੇਮ ਕਾਂਗਰਸ ਲੈ ਕੇ ਜਾ ਰਹੀ ਹੈ ਜਾਂ ਅਮਰਿੰਦਰ ਸਿੰਘ ਐਂ ਦਿਖਾ ਰਹੇ ਨੇ ਜਿਵੇਂ ਮੈਦਾਨ ਜਿੱਤ ਲਿਆ ਹੋਵੇ, ਤਾਂ ਕਹਿੰਦੇ ਫਿਰ ਉਹ ਤੋਂ ਬਾਅਦ ਕੀ ਅਕਾਲੀ ਦਲ, ਕੀ ਆਪ ਅਤੇ ਕੀ ਅਕਾਲੀ ਦਲ ਡੈਮੋਕ੍ਰੇਟਿਕ, ਸਾਰੇ ਦਲ ਕਹਿੰਦੇ ਇਹ ਕਹਿਣ ਲੱਗੇ ਕਿ ਮੁੱਖ ਮੰਤਰੀ ਨੇ ਬਿੱਲ ਲਿਆ ਕੇ ਸਿਰਫ ਡਰਾਮਾ ਹੀ ਕੀਤਾ। ਬੇਸ਼ੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਨੂੰ ਮੰਡੀ ਲਾਉਣ ਦੀ ਮੰਗ ਕਰ ਚੁੱਕੇ ਹਨ, ਪਰ ਅਕਾਲੀ ਦਲ ਨੇ ਵਿਧਾਨ ਸਭਾ ਵਿੱਚ ਇਹ ਮੰਗ ਨਹੀਂ ਉਠਾਈ। ਹੁਣ ਜਦੋਂ ਵਿਰੋਧੀ ਪਾਰਟੀਆਂ ਇਹ ਦੋਸ਼ ਲਾ ਰਹੀਆਂ ਹਨ ਕਿ ਸਾਨੂੰ ਬਿੱਲ ਪੜ੍ਹਨ ਅਤੇ ਸਮਝਣ ਦਾ ਮੌਕਾ ਹੀ ਨਹੀਂ ਮਿਲਿਆ, ਤਾਂ ਕਸੂਰ ਕਿਸ ਦਾ ਹੈ? ਵਿਰੋਧੀ ਪਾਰਟੀਆਂ ਬਿੱਲ ਪੇਸ਼ ਹੁੰਦੇ ਸਾਰੀ ਮੰਗ 'ਤੇ ਅੜਦੀਆਂ ਕਿ ਸਾਨੂੰ ਬਿੱਲ ਨੂੰ ਪੜ੍ਹਨ, ਸਮਝਣ, ਕਾਨੂੰਨੀ ਰਾਏ ਲੈਣ ਲਈ 2 ਦਿਨ ਦਾ ਸਮਾਂ ਦਿੱਤਾ ਜਾਵੇ। ਇਸ ਲਈ 2 ਦਿਨਾਂ ਲਈ ਵਿਧਾਨ ਸਭਾ ਦਾ ਇਜਲਾਸ ਮੁਲਤਵੀ ਕੀਤਾ ਜਾਵੇ। ਉਂਝ ਚੰਗਾ ਹੁੰਦਾ ਜੇ ਕਾਂਗਰਸ ਖੁਦ ਵੀ ਅਜਿਹਾ ਕਰਦੀ ਕਿ ਲਓ ਭਾਈ ਪਹਿਲਾਂ ਪੜ੍ਹੋ, ਫਿਰ ਆਪਾਂ ਇਹਦੇ ਪਰ ਚਰਚਾ ਕਰਕੇ ਇਹਨੂੰ ਪਾਸ ਕਰਾਂਗੇ। ਪਰ ਉਸ ਵੇਲੇ ਤਾਂ ਵਿਰੋਧੀ ਧਿਰਾਂ ਦੇ ਆਗੂ ਮੁੱਖ ਮੰਤਰੀ ਨਾਲ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਗਵਰਨਰ ਕੋਲ ਵੀ ਜਾਂਦੇ ਹਨ। ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਟਵੀਟ ਦੀ ਨੋਕ ਝੋਕ ਵੀ ਆਪਣੇ ਗੰਭੀਰ ਅਰਥਾਂ 'ਤੇ ਅਸਰ ਰੱਖਦੀ ਹੈ। ਤੋ ਆਪਾਂ ਕੱਲ੍ਹ ਵੀ ਉਹਦੀ ਗੱਲ ਕੀਤੀ ਕਿ ਕਿਵੇਂ ਟਵੀਟ ਵਾਰ ਸ਼ੁਰੂ ਹੋਇਆ ਕੇਜਰੀਵਾਲ ਅਤੇ ਅਮਰਿੰਦਰ ਦੇ ਵਿਚਾਲੇ। ਚਲੋ ਅਗਲਾ ਲਿਖਦੇ ਨੇ ਉਹ ਕਿ ਪੰਜਾਬ ਮੰਤਰੀ ਮੰਡਲ ਵਿੱਚ ਰੱਦੋ ਬਦਲ ਦੀ ਚਰਚਾ, ਜਿਹਦੀ ਅਕਸਰ ਲੋਕਾਂ ਦੀ ਨਿਗਾਹ ਰਹਿੰਦੀ ਹੈ ਕਿ ਕੀ ਸਿੱਧੂ ਆ ਰਿਹਾ ਹੈ, ਕੀ ਕੋਈ ਮੰਤਰੀ ਬਾਹਰ ਜਾ ਰਿਹਾ ਹੈ, ਕੋਈ ਹੋਰ ਨਵੇਂ ਮੰਤਰੀ ਆ ਸਕਦੇ ਨੇ। ਹੁਣ ਉਹਦੇ ਬਾਰੇ ਹਰਜਿੰਦਰ ਲਾਲ ਹੋਰੀ ਲਿਖਦੇ ਨੇ ਕਿ ਪੰਜਾਬ ਮੰਤਰੀ ਮੰਡਲ ਵਿੱਚ ਰੱਦੋ ਬਦਲ ਦੀ ਚਰਚਾ। ਕੁਝ ਗੱਲਾਂ ਉਹ ਥੋੜ੍ਹੀਆਂ ਜਿਹੀਆਂ ਓਹਲੇ 'ਚ ਰੱਖ ਗਏ, ਕੁਝ ਉਹ ਖੁੱਲ੍ਹ ਕੇ ਲੈ ਗਏ। ਲਓ ਸੁਣੋ, ਇਸ ਵੇਲੇ ਹਵਾ ਵਿੱਚ ਸਰਗੋਸ਼ੀਆਂ ਹਨ ਕਿ ਨਵਜੋਤ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਵਾਪਸ ਲੈਣ 'ਤੇ ਸਹਿਮਤੀ ਹੋ ਗਈ ਹੈ। ਸੋ ਜਿਹੜੇ ਰੰਗ ਢੰਗ ਦਿਖੇ ਨਵਜੋਤ ਸਿੱਧੂ ਦੀ ਸ਼ੈਲੀ, ਅਮਰਿੰਦਰ ਸਿੰਘ ਪ੍ਰਤੀ ਮਿੱਠੀ ਬੋਲੀ, ਉਹਨਾਂ ਨੂੰ ਵਾਹ-ਵਾਹੀ ਕਹਿਣਾ, ਉਹਨਾਂ ਨੂੰ ਸ਼ਾਬਾਸ਼ ਦੇਣੀ, ਬਿੱਲਾਂ ਨੂੰ ਕਮਾਲ ਦੱਸਣਾ ਅਤੇ ਦੱਸਣਾ ਕਿ ਕੈਪਟਨ ਅਮਰਿੰਦਰ ਵੱਲੋਂ ਲਿਆਂਦੇ ਗਏ ਸਾਰੇ ਇਹ ਜਿਹੜੇ ਮਤੇ ਨੇ ਇਹ ਕੇਂਦਰ ਦੇ ਮੂੰਹ 'ਤੇ ਚਪੇੜ ਨੇ। ਸੋ ਉਸ ਤੋਂ ਫਿਰ ਜਿਹੜੇ ਫੋਨਾਂ ਦੀ ਗੱਲ, ਨਾਸਤਿਆਂ ਦੀ ਗੱਲ, ਫਿਰ ਹਰੀਸ਼ ਰਾਵਤ ਦੀ ਭੂਮਿਕਾ। ਸੋ ਉਸ ਗੱਲ ਤੋਂ ਹੀ ਗੱਲ ਸ਼ੁਰੂ ਕਰ ਰਹੇ ਨੇ ਹਰਜਿੰਦਰ ਲਾਲ ਹੋਰੀ। ਉਹ ਕਹਿੰਦੇ ਇਸ ਵੇਲੇ ਹਵਾ ਵਿੱਚ ਸਰਗੋਸ਼ੀਆਂ ਹਨ ਕਿ ਨਵਜੋਤ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਵਾਪਸ ਲੈਣ 'ਤੇ ਸਹਿਮਤੀ ਹੋ ਗਈ ਹੈ। ਜਿਸ ਤਰ੍ਹਾਂ ਦੀ ਜਾਣਕਾਰੀ ਹੈ ਉਸ ਅਨੁਸਾਰ ਮੁੱਖ ਮੰਤਰੀ ਦਾ ਇੱਕ ਵੱਡਾ ਨਜ਼ਦੀਕੀ ਅਧਿਕਾਰੀ ਪਹਿਲਾਂ ਨਵਜੋਤ ਸਿੱਧੂ ਨੂੰ ਮਿਲਿਆ, ਫਿਰ ਖੇਤੀ ਸੰਬੰਧੀ ਸੋਧ ਬਿੱਲਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਕੈਪਟਨ ਨੇ ਸਿੱਧੂ ਨਾਲ ਫੋਨ 'ਤੇ ਗੱਲਬਾਤ ਕੀਤੀ। ਨਤੀਜੇ ਵਜੋਂ ਸਿੱਧੂ ਕਿਸਾਨਾਂ ਦੇ ਮਾਮਲੇ ਉੱਤੇ ਮੁੱਖ ਮੰਤਰੀ ਦੇ ਨਾਲ ਖੜ੍ਹੇ ਹੋਏ। ਸੋ ਜਿਹੜੀ ਗੱਲ ਆਪਾਂ ਇਹ ਖਬਰਾਂ ਦੀ ਖਬਰ 'ਚ ਵੀ ਲਿਆ ਚੁੱਕੇ ਸੀ, ਉਸ ਨੂੰ ਇਹਨਾਂ ਨੇ ਬੜੇ ਨੁਕਤੇ ਨਾਲ ਪੜਾਅ ਦਰ ਪੜਾਅ ਸਾਡੇ ਸਾਹਮਣੇ ਲਿਆਂਦਾ। ਉਹ ਕਹਿੰਦੇ ਕਿ
ਇੱਕ ਮਤਲਬ ਕਿ ਸਹਿਮਤੀ ਹੋ ਗਈ ਹੈ। ਜਿਸ ਤਰ੍ਹਾਂ ਦੀ ਜਾਣਕਾਰੀ ਹੈ ਉਸ ਅਨੁਸਾਰ ਮੁੱਖ ਮੰਤਰੀ ਦਾ ਵੱਡਾ ਨਜ਼ਦੀਕੀ ਅਧਿਕਾਰੀ ਪਹਿਲਾਂ ਸਿੱਧੂ ਨੂੰ ਮਿਲਿਆ, ਫਿਰ ਖੇਤੀ ਸੰਬੰਧੀ ਸੋਧ ਬਿੱਲਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਕੈਪਟਨ ਨੇ ਸਿੱਧੂ ਨਾਲ ਫੋਨ ਤੇ ਗੱਲਬਾਤ ਕੀਤੀ। ਨਤੀਜੇ ਵਜੋਂ ਸਿੱਧੂ ਕਿਸਾਨਾਂ ਦੇ ਮਾਮਲੇ ਤੇ ਮੁੱਖ ਮੰਤਰੀ ਦੇ ਨਾਲ ਖੜੇ ਹੋਏ। ਪਰ ਹੁਣ ਸਵਾਲ ਉੱਠਦਾ ਹੈ ਕਿ ਕੀ ਸਿੱਧੂ ਨੂੰ ਖਾਲੀ ਪਈ ਮੰਤਰੀ ਦੀ ਕੁਰਸੀ ਤੇ ਮੁੱਖ ਮੰਤਰੀ ਕੋਲ ਪਏ ਮੰਤਰਾਲਿਆਂ ਵਿੱਚੋਂ ਕੋਈ ਇੱਕ ਦੇ ਕੇ ਬਿਨਾਂ ਕਿਸੇ ਹਿਲਜੁਲ ਦੇ ਮਾਮਲਾ ਨਿਪਟਾ ਲਿਆ ਜਾਵੇਗਾ, ਕਿ ਜਿਹੜੇ ਮੰਤਰਾਲੇ ਖਾਲੀ ਹੋਏ ਉਹ ਸਾਰੇ ਮੰਤਰਾਲੇ ਜਿਹੜੇ ਕੈਪਟਨ ਅਮਰਿੰਦਰ ਕੋਲ ਪਏ ਨੇ ਕਿ ਉਹ ਆਪਣੇ ਮੰਤਰਾਲਿਆਂ 'ਚੋਂ ਦੇਣਗੇ ਜਾਂ ਕੋਈ ਹੋਰ ਬਾਹਰਲਾ ਵੀ ਮੰਤਰਾਲਾ ਮਿਲ ਸਕਦਾ। ਕਿਉਂਕਿ ਜਿਵੇਂ ਸਥਾਨਕ ਸਰਕਾਰਾਂ ਵਾਲਾ ਮਾਮਲਾ ਜ਼ਿਆਦਾ ਫਸਿਆ, ਕਹਿੰਦੇ ਕਿ ਕੈਪਟਨ ਕਹਿੰਦੇ ਸੀ ਬਿਜਲੀ ਵਾਲਾ ਹੀ ਲੈ ਲਵੇ, ਕਹਿੰਦੇ ਨਵਜੋਤ ਸਿੱਧੂ ਕਹਿੰਦਾ ਸਥਾਨਕ ਸਰਕਾਰ ਤੋਂ ਬਿਨਾਂ ਨਹੀਂ ਮੰਨਣਾ। ਸਵਾਲ ਫਿਰ ਸੱਭਿਆਚਾਰਕ ਮਾਮਲੇ ਦਾ ਵੀ ਹੋਏਗਾ। ਸੋ ਉਹ ਸਾਰੇ ਮਾਮਲਿਆਂ ਦੇ ਉੱਤੇ ਹੁਣ ਇਹ ਲਿਖਦੇ ਨੇ, ਕਹਿੰਦੇ ਨਤੀਜੇ ਵਜੋਂ ਪੇਸ਼ ਕਰਨ ਤੋਂ ਪਹਿਲਾਂ ਕੈਪਟਨ ਸਿੱਧੂ ਨਾਲ ਫੋਨ ਤੇ ਗੱਲਬਾਤ ਕੀਤੀ। ਨਤੀਜੇ ਵਜੋਂ ਸਿੱਧੂ ਕਿਸਾਨਾਂ ਦੇ ਮਾਮਲੇ ਤੇ ਮੁੱਖ ਮੰਤਰੀ ਦੇ ਨਾਲ ਖੜੇ ਹੋਏ। ਪਰ ਹੁਣ ਸਵਾਲ ਉੱਠਦਾ ਹੈ ਕਿ ਕੀ ਸਿੱਧੂ ਨੂੰ ਖਾਲੀ ਪਈ ਮੰਤਰੀ ਦੀ ਕੁਰਸੀ ਤੇ ਮੁੱਖ ਮੰਤਰੀ ਕੋਲ ਪਏ ਮੰਤਰਾਲਿਆਂ ਵਿੱਚੋਂ ਕੋਈ ਇੱਕ ਦੇ ਕੇ ਬਿਨਾਂ ਕਿਸੇ ਹਿਲਜੁਲ ਦੇ ਮਾਮਲਾ ਨਿਪਟਾ ਲਿਆ ਜਾਵੇਗਾ ਜਾਂ ਉਸ ਨੂੰ ਦੁਬਾਰਾ ਸਥਾਨਕ ਸਰਕਾਰਾਂ ਸੰਬੰਧੀ ਮੰਤਰਾਲਾ ਹੀ ਦਿੱਤਾ ਜਾਵੇਗਾ। ਚਰਚਾ ਤਾਂ ਇਹ ਵੀ ਹੈ ਕਿ ਸਿੱਧੂ ਨੇ ਗ੍ਰਹਿ ਮੰਤਰਾਲੇ ਜਾਂ ਸਥਾਨਕ ਸਰਕਾਰਾਂ ਬਾਰੇ ਮੰਤਰਾਲੇ ਵਿੱਚੋਂ ਕੋਈ ਇੱਕ ਹੀ ਮੰਗਿਆ ਸੀ। ਕਹਿੰਦੇ ਉਹਨੇ ਵੀ ਕਿਹਾ ਕਿ ਜਾਂ ਗ੍ਰਹਿ ਮੰਤਰਾਲਾ ਦਿਓ ਜਾਂ ਸਥਾਨਕ ਸਰਕਾਰਾਂ ਵਾਲਾ ਦਿਓ। ਮੁੱਖ ਮੰਤਰੀ ਵੱਲੋਂ ਗ੍ਰਹਿ ਮੰਤਰਾਲਾ ਦਾ ਸਿੱਧੂ ਨੂੰ ਦੇਣ ਲਈ ਤਿਆਰ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਗ੍ਰਹਿ ਮੰਤਰਾਲਾ ਤਾਂ ਨਹੀਂ ਕੈਪਟਨ ਅਮਰਿੰਦਰ ਸਿੰਘ ਛੱਡਣ ਵਾਲੇ। ਹਾਂ, ਇਸ ਲਈ ਚਰਚਾ ਹੈ ਕਿ ਸਿੱਧੂ ਨੂੰ ਫਿਰ ਤੋਂ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਹੀ ਦੇ ਦਿੱਤਾ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਸਪਸ਼ਟ ਹੈ ਕਿ ਆਪਣੇ ਆਪ ਨੂੰ ਸਰਕਾਰ ਵਿੱਚ ਨੰਬਰ 2 ਮੰਨਣ ਵਾਲੇ ਬ੍ਰਹਮ ਮਹਿੰਦਰਾ ਨੂੰ ਇਹ ਮਹਿਕਮਾ ਛੱਡਣਾ ਪਵੇਗਾ। ਹੁਣ ਬ੍ਰਹਮ ਮਹਿੰਦਰਾ ਕੋਲ ਅੱਗੇ ਚੋਣਾਂ ਵੀ ਸਿਰ 'ਤੇ ਖੜੀਆਂ। ਸੋ ਇਸ ਲਈ ਇਹ ਵੀ ਚੁਣੌਤੀ ਵਾਲੀ ਗੱਲ ਹੈ ਕਿ ਕੀ ਅਮਰਿੰਦਰ ਫਿਰ ਉਹ ਮਹਿਕਮਾ ਦੇ ਦੇਣਗੇ? ਕੀ ਕੈਪਟਨ ਅਮਰਿੰਦਰ ਹੁਣ ਸਿੱਧੂ 'ਤੇ ਇਸ ਗੱਲ ਹੀ ਭਰੋਸਾ ਕਰਨਗੇ? ਸੋ ਇਹ ਵੀ ਇੱਕ ਕਹਾਣੀ ਖੜੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਕਿਸੇ ਛੋਟੇ ਮਹਿਕਮੇ 'ਤੇ ਰਾਜੀ ਹੋ ਜਾਣਗੇ। ਹੁਣ ਇਹ ਵੀ ਹੈ ਕਿ ਬ੍ਰਹਮਪੁਰਾ ਕਿਸੇ ਛੋਟੇ ਬ੍ਰਹਮ ਮਹਿੰਦਰਾ ਮੰਨਣਗੇ? ਕੀ ਬ੍ਰਹਮ ਮਹਿੰਦਰਾ ਹੁਣ ਉਹ ਮਹਿਕਮਾ ਛੱਡ ਕੇ ਸਥਾਨਕ ਸਰਕਾਰਾਂ ਵਾਲਾ ਕੋਈ ਹੋਰ ਛੋਟਾ ਮਹਿਕਮਾ ਲੈਣ ਲਈ ਤਿਆਰ ਹੋ ਜਾਣਗੇ? ਇਹ ਵੀ ਆਪਣੇ ਆਪ 'ਚ ਕੋਈ ਨਵਾਂ ਖਿਲਾਰਾ ਨਾ ਪੈ ਜਾਵੇ। ਦੂਜੀ ਗੱਲ, ਕੀ ਪੂਰੇ ਮੰਤਰੀ ਮੰਡਲ ਵਿੱਚ ਕੋਈ ਵੱਡੀ ਰੱਦੋ ਬਦਲ ਵੀ ਕੀਤੀ ਜਾ ਸਕਦੀ ਹੈ? ਜਾਣਕਾਰ ਹਲਕਿਆਂ ਅਨੁਸਾਰ ਹੁਣ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਸਵਾ ਸਾਲ ਹੀ ਬਾਕੀ ਹੈ ਤਾਂ ਜੇਕਰ ਮੁੱਖ ਮੰਤਰੀ ਮੰਤਰੀ ਮੰਡਲ ਵਿੱਚ ਕੋਈ ਵੱਡੀ ਰੱਦੋ ਬਦਲ ਕਰਕੇ ਆਪਣੀ ਸਰਕਾਰ ਉੱਤੇ ਨਾ ਕੰਮ ਕਰਨ ਵਾਲੀ ਸਰਕਾਰ ਦਾ ਠੱਪਾ ਲਾ ਕੇ ਤੇਜ਼ੀ ਨਾਲ ਕੰਮ ਕਰਦੇ ਹਨ ਅਤੇ ਕੁਝ ਦਾਗੀ ਚਿਹਰੇ ਹਟਾ ਕੇ, ਹੁਣ ਦਾਗੀ ਚਿਹਰਿਆਂ ਵੱਲ ਇਸ਼ਾਰਾ ਜਿਨ੍ਹਾਂ ਦੇ ਤਾਜ਼ੇ ਮਾਮਲੇ ਸਾਹਮਣੇ ਆ ਰਹੇ ਨੇ, ਉਹਨਾਂ ਮੰਤਰੀਆਂ ਵੱਲ ਵੀ ਇਸ਼ਾਰਾ, ਕਹਿੰਦੇ ਕਿ ਦਾਗੀ ਚਿਹਰੇ ਹਟਾ ਕੇ ਸਾਫ਼ ਚਿਹਰੇ ਅੱਗੇ ਲਿਆਉਂਦੇ ਹਨ ਅਤੇ ਪੰਜਾਬ ਵਿੱਚ ਚੱਲ ਰਹੇ ਵੱਖੋ-ਵੱਖ ਤਰ੍ਹਾਂ ਦੇ ਮਾਫੀਆ ਗਰੁੱਪਾਂ ਦੇ ਖਿਲਾਫ ਕੁਝ ਸਖਤ ਕਦਮ ਉਠਾਉਣ ਦੀ ਹਿੰਮਤ ਕਰਦੇ ਹਨ ਤਾਂ ਇਸ ਦਾ ਸਰਕਾਰ, ਕਾਂਗਰਸ ਅਤੇ ਕੈਪਟਨ ਅਮਰਿੰਦਰ ਨੂੰ ਆਉਂਦੀਆਂ ਚੋਣਾਂ ਵਿੱਚ ਕੁਝ ਨਾ ਕੁਝ ਫਾਇਦਾ ਜ਼ਰੂਰ ਹੋ ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਵੇਂ ਮੁੱਖ ਮੰਤਰੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੇ ਨੇੜੇ ਹਨ, ਪਰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਏ ਜਾਣ ਦੇ ਚਰਚੇ ਵੀ ਕਾਫੀ ਤੇਜ਼ ਹਨ ਅਤੇ ਇਸ ਮਾਮਲੇ ਵਿੱਚ ਇੱਕ ਮੰਤਰੀ ਦੇ ਨਾਂ ਉੱਤੇ ਸਹਿਮਤੀ ਬਣਦੀ ਵੀ ਸੁਣਾਈ ਦੇ ਰਹੀ ਹੈ। ਹਾਲਾਂਕਿ ਆਮ ਤੌਰ ਉੱਤੇ ਕਾਂਗਰਸ ਸਿੱਖ ਜੱਟ ਦੇ ਮੁੱਖ ਮੰਤਰੀ ਹੁੰਦਿਆਂ ਕਿਸੇ ਜੱਟ ਨੂੰ ਹੀ ਪ੍ਰਧਾਨ ਬਣਾਉਣ ਲਈ ਤਿਆਰ ਨਹੀਂ ਹੁੰਦੀ। ਉਹ ਕਹਿੰਦੇ ਕਿ ਸਾਰਾ ਉਹ ਬੈਲੈਂਸ ਲੈ ਕੇ ਚੱਲਦੀ ਹੈ ਕਿ ਇੱਕ ਜੱਟ ਚਿਹਰਾ ਹੋਵੇ, ਇੱਕ ਹਿੰਦੂ ਚਿਹਰਾ ਹੋਵੇ, ਚਾਹੇ ਉਹ ਪੇਂਡੂ ਚਿਹਰਾ ਹੀ ਹੋਵੇ, ਕੋਈ ਮਸਲਾ ਨਹੀਂ, ਪਰ ਇਸ ਢੰਗ ਲਈ ਤਾਲਮੇਲ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦੀ ਆ। ਸੋ ਇਸ ਢੰਗ ਨਾਲ ਉਹ ਕਹਿੰਦੇ ਕਿ ਕਾਂਗਰਸ ਸਿੱਖ ਜੱਟ ਦੇ ਮੁੱਖ ਮੰਤਰੀ ਹੁੰਦਿਆਂ ਕਿਸੇ ਜੱਟ ਨੂੰ ਹੀ ਪ੍ਰਧਾਨ ਬਣਾਉਣ ਲਈ ਤਿਆਰ ਨਹੀਂ ਹੁੰਦੀ। ਪਰ ਚਰਚਾ ਹੈ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾ ਕੇ 3 ਵਰਕਿੰਗ ਪ੍ਰਧਾਨ ਵੀ ਬਣਾਏ ਜਾ ਸਕਦੇ ਹਨ ਜਿਸ ਨਾਲ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਮਿਲ ਸਕੇ। ਜੇਕਰ ਅਜਿਹਾ ਹੋਇਆ ਤਾਂ ਮੰਤਰੀ ਮੰਡਲ ਵਿੱਚ ਵੱਡੀ ਰੱਦੋ ਬਦਲ ਦੇ ਆਸਾਰ ਵੱਧ ਜਾਣਗੇ। ਇੱਕ ਮੰਤਰੀ ਵੀ ਬਾਹਰ ਆ ਗਿਆ, ਸਪੀਕਰ ਬਦਲਣ ਦੀਆਂ ਵੀ ਗੱਲਾਂ ਚੱਲਦੀਆਂ, 1-2 ਦਾਗੀ ਮੰਤਰੀ ਨੂੰ ਹਟਾਉਣ ਦੀਆਂ ਵੀ ਗੱਲਾਂ ਚੱਲਦੀਆਂ। ਸੋ ਜੇਕਰ ਹੋਇਆ ਤਾਂ ਸਾਰਾ ਕੁਝ ਇਕੱਠਾ ਹੋ ਸਕਦਾ। 3 ਵਰਕਿੰਗ ਪ੍ਰਧਾਨ ਵੀ ਬਣਾਏ ਜਾ ਸਕਦੇ ਨੇ ਜਿਸ ਨਾਲ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਮਿਲ ਸਕੇ। ਜੇਕਰ ਅਜਿਹਾ ਹੋਇਆ ਤਾਂ ਮੰਤਰੀ ਮੰਡਲ ਵਿੱਚ ਵੱਡੀ ਰੱਦੋ ਬਦਲ ਦੇ ਆਸਾਰ ਵੱਧ ਜਾਣਗੇ। ਉਂਝ ਮੰਤਰੀ ਬਣਨ ਦੇ ਚਾਹਵਾਨਾਂ ਵੱਲੋਂ ਵੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੰਤਰੀ ਬਣਨ ਦੇ ਚਾਹਵਾਨਾਂ ਦੀ ਇੱਕ ਲੰਮੀ ਸੂਚੀ ਹੈ। ਫਿਰ ਵੀ ਜਿਹੜੇ ਨਾਂ ਜ਼ਿਆਦਾ ਚਰਚਾ ਵਿੱਚ ਹਨ ਉਹਨਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਲਜੀਆਂ, ਇਹਨਾਂ ਤੋਂ ਇਲਾਵਾ ਅਮਰੀਕ ਸਿੰਘ ਢਿੱਲੋਂ, ਪ੍ਰਗਟ ਸਿੰਘ, ਫਤਿਹਜੰਗ ਸਿੰਘ ਬਾਜਵਾ, ਰਾਣਾ ਗੁਰਜੀਤ ਅਤੇ ਕੁਲਜੀਤ ਸਿੰਘ ਨਾਗਰਾ ਦਾ ਨਾਂ ਸ਼ਾਮਲ ਹੈ। ਸੋ ਇਹ ਸੀ ਸਰਗੋਸ਼ੀਆਂ ਹਰਜਿੰਦਰ ਸਿੰਘ ਲਾਲ ਹੋਰਾਂ ਦਾ। ਇਸੇ ਤਰ੍ਹਾਂ ਦਾ ਇੱਕ ਹੋਰ ਜਿਹੜਾ ਲੇਖ ਸਮਰਥਨ ਮੁੱਲ ਤੱਕ ਹੀ ਸੀਮਤ ਨਹੀਂ, ਖੇਤੀ ਕਾਨੂੰਨਾਂ ਦੀ ਮਾਰ, ਮੇਜਰ ਸਿੰਘ ਹੋਰਾਂ ਦਾ ਲਿਖਿਆ, ਇਸੇ ਅਜੀਤ ਦੇ ਮੁੱਖ ਸੰਪਾਦਕੀ ਪੰਨੇ ਦੇ ਉੱਤੇ ਮਿਡਲ ਦੇ ਰੂਪ ਛਪਿਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ। ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਾਂਗੇ। ਹੁਣੇ ਪਰਤਦੇ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV।
ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਬਰਾਂ ਦੀ ਖਬਰ 'ਚ ਕਰ ਫਿਰ ਸਵਾਗਤ ਹੈ ਜੀ। ਇੱਕ ਪਾਸੇ ਹਰਜਿੰਦਰ ਸਿੰਘ ਲਾਲ ਹੋਰਾਂ ਦਾ ਉਹ ਲੇਖ ਜਿਹੜਾ ਪੰਜਾਬ ਦੇ ਰਾਜਨੀਤਿਕ ਸਰੂਪ ਨੂੰ ਲੈ ਕੇ, ਪੰਜਾਬ ਦੀ ਵਿਧਾਨ ਸਭਾ 'ਚ ਲਿਆਂਦੇ ਮਤਿਆਂ ਨੂੰ ਲੈ ਕੇ, ਸਰਕਾਰ ਦੇ ਅੰਦਰ ਹੋਣੇ ਰਦੋ ਬਦਲ ਨੂੰ ਲੈ ਕੇ, ਉਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਲਿਆ ਰਹੇ ਸੀ। ਦੂਏ ਪਾਸੇ ਸੀਨੀਅਰ ਪੱਤਰਕਾਰ ਰਹੇ ਨੇ, ਹੁਣ ਵੀ ਬਹੁਤ ਨਾਮਵਰ ਪੱਤਰਕਾਰ ਨੇ ਮੇਜਰ ਸਿੰਘ ਹੋਰੀ, ਅਤੇ ਥੋੜ੍ਹਾ ਜਿਹਾ ਰਾਜਨੀਤਿਕ ਸਫ਼ਰ ਵੀ ਤੈਅ ਕਰ ਰਹੇ ਨੇ, ਵਿੱਚ ਨੂੰ ਆਮ ਆਦਮੀ ਪਾਰਟੀ ਦਾ ਵੀ ਗੇੜਾ ਕੱਢਿਆ ਸੀ। ਸੋ ਮੇਜਰ ਸਿੰਘ ਹੋਰਾਂ ਦਾ ਉਹ ਲੇਖ ਜਿਹੜਾ ਕੇਂਦਰ ਵੱਲੋਂ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਪਰਤ ਫਰੋਲਦਾ ਕਿ ਕਿਵੇਂ ਇਹ ਇਕੱਲੇ ਸਮਰਥਨ ਮੁੱਲ ਤੱਕ ਦਾ ਹੀ ਮਾਮਲਾ ਜਾਂ ਖੇਤੀ ਉਹ ਖੁੱਸ ਰਹੀ ਹੈ ਕਿਸਾਨਾਂ ਦੇ ਹੱਥਾਂ 'ਚੋਂ, ਇਹ ਕਿਸਾਨਾਂ ਤੋਂ ਪ੍ਰਾਈਵੇਟ ਗੈਰ ਖੇਤੀ ਕਰਨ ਵਾਲੇ ਲੋਕਾਂ ਦੇ ਹੱਥਾਂ 'ਚ ਜਾਣ ਵਾਲੇ ਨੇ ਖੇਤ। ਸੋ ਉਸ ਮੱਲ ਵੀ ਉਹ ਸਾਰੀਆਂ ਪਰਤਾਂ ਫਰੋਲਦਾ ਕਿ ਖੇਤੀ ਕਾਨੂੰਨ ਦੇ ਪਿੱਛੇ ਕੀ ਕੁਛ ਹੈ। ਸੋ ਸਮਰਥਨ ਮੁੱਲ ਤੱਕ ਹੀ ਸੀਮਤ ਨਹੀਂ, ਖੇਤੀ ਕਾਨੂੰਨਾਂ ਦੀ ਮਾਰ ਮੇਜਰ ਸਿੰਘ ਹੋਰਾਂ ਰਾਹੀਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਲਓ, ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੀ ਮਾਰ ਕੀ ਸਮਰਥਨ ਮੁੱਲ ਤੱਕ ਹੀ ਸੀਮਤ ਹੈ ਜਾਂ ਇਹ ਕਾਨੂੰਨ ਭਾਰਤੀ ਖੇਤੀ ਦਾ ਬੁਨਿਆਦੀ ਲੱਛਣ ਵੀ ਤਬਦੀਲ ਕਰ ਦੇਣਗੇ ਅਤੇ ਖੇਤੀ ਉਤਪਾਦਨ ਗੈਰ ਕਿਸਾਨਾਂ ਦੇ ਹੱਥ ਚਲਾ ਜਾਵੇਗਾ, ਜਾਂ ਫਿਰ ਕੀ ਭਾਰਤੀ ਸੰਵਿਧਾਨ ਦੇ ਸੰਘੀ ਢਾਂਚੇ ਦਾ ਮੂੰਹ ਮਹਾਂਦਰਾ ਵਿਗਾੜ ਕੇ ਖੇਤਰੀ ਪਛਾਣਾਂ ਅਤੇ ਇੱਛਾਵਾਂ ਜੋ ਕਿ ਬਹੁਤਾ ਕਰਕੇ ਖੇਤੀ ਨਾਲ ਜੁੜੇ ਲੋਕਾਂ ਉੱਤੇ ਹੀ ਨਿਰਭਰ ਹੁੰਦੀਆਂ ਹਨ ਨੂੰ ਮਧੋਲਣ ਅਤੇ ਗੰਧਾਲਣ ਦਾ ਵੀ ਕਾਰਨ ਬਣਨਗੇ, ਜਾਂ ਫਿਰ ਨਵੇਂ ਖੇਤੀ ਕਾਨੂੰਨਾਂ ਵੱਲੋਂ ਖੇਤੀ ਉਤਪਾਦਨ ਦੇ ਵਪਾਰ ਨੂੰ ਬੰਧਨ ਮੁਕਤ ਕਰਨ ਦੇ ਨਾਂ ਹੇਠ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦੀ ਦਿੱਤੀ ਖੁੱਲ੍ਹ ਜ਼ਖੀਰੇਬਾਜ਼ੀ ਅਤੇ ਚੋਰ ਬਜ਼ਾਰੀ ਨੂੰ ਸੱਦਾ ਦੇਵੇਗੀ। ਇਹਨਾਂ ਸਵਾਲਾਂ ਦੇ ਜਵਾਬ ਵਿੱਚ ਹੀ ਪ੍ਰਧਾਨ ਮੰਤਰੀ ਮੋਦੀ ਦੁਆਰਾ ਪੂਰੇ ਧੜੱਲੇ ਨਾਲ ਦੇਸ਼ ਵਿੱਚ ਖੁਰਾਕ ਸਮੱਗਰੀ ਦੀ ਖਰੀਦ ਵਿੱਚ ਸਮਰਥਨ ਮੁੱਲ ਅਤੇ ਯਕੀਨੀ ਮੰਡੀ ਹਮੇਸ਼ਾ ਲਈ ਕਾਇਮ ਰਹਿਣ ਦੇ ਦਿੱਤੇ ਜਾ ਰਹੇ ਭਰੋਸਿਆਂ ਦਾ ਉੱਤਰ ਮਿਲ ਸਕਦਾ ਹੈ। ਕਿਸਾਨ ਜਥੇਬੰਦੀਆਂ ਦੇ ਬਹੁਤ ਸਾਰੇ ਆਗੂਆਂ ਅਤੇ ਖਾਸ ਕਰ ਰਾਜਸੀ ਪਾਰਟੀਆਂ ਦੇ ਆਗੂਆਂ ਵਿੱਚ ਮੋਟੇ ਰੂਪ 'ਚ ਨਵੇਂ ਕਾਨੂੰਨਾਂ ਦੇ ਆਉਣ ਨਾਲ ਸਮਰਥਨ ਮੁੱਲ ਅਤੇ ਯਕੀਨੀ ਮੰਡੀ ਦੀ ਸਮਾਪਤੀ ਦੇ ਖਦਸ਼ੇ ਜ਼ਾਹਰ ਕੀਤੇ ਜਾਂਦੇ ਹਨ। ਕੇਂਦਰ ਸਰਕਾਰ ਅਤੇ ਭਾਜਪਾ ਆਗੂ ਲਗਾਤਾਰ ਇਹਨਾਂ ਖਦਸ਼ਿਆਂ ਨੂੰ ਦੂਰ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਹਨ। ਅਕਾਲੀ ਦਲ ਬਾਦਲ ਦੇ ਆਗੂ ਵੀ ਲੰਮਾ ਸਮਾਂ ਇਸੇ ਤਰ੍ਹਾਂ ਦੇ ਬਿਆਨ ਦੇ ਕੇ ਕਿਸਾਨਾਂ ਨੂੰ ਭਰਮਾਉਣ ਦੇ ਯਤਨਾਂ 'ਚ ਲੱਗੇ ਰਹੇ ਹਨ। ਕਹਿ ਸਕਦੇ ਹਾਂ ਕਿ ਖੇਤੀ ਕਾਨੂੰਨਾਂ ਬਾਰੇ ਹਾਲੇ ਤੱਕ ਨਿੱਠ ਕੇ ਬਹਿਸ ਹੀ ਨਹੀਂ ਹੋਈ। ਬਸ ਆਮ ਕਿਸਾਨ ਵਰਗ ਨੂੰ ਇੰਨੀ ਕੁ ਸੋਝੀ ਜ਼ਰੂਰ ਹੈ ਕਿ ਕਾਰਪੋਰੇਟਰਾਂ ਦੀ ਖੁੱਲ੍ਹੀ ਮੰਡੀ ਅੱਗੇ ਸੁੱਟੇ ਜਾ ਰਹੇ ਕਿਸਾਨਾਂ ਦਾ ਬਚਣਾ ਕੁਝ ਨਹੀਂ। ਇਸ ਸੋਝੀ ਦੇ ਸਿਰ ਉੱਪਰ ਕਿਸਾਨ ਸੰਘਰਸ਼ ਲੜ ਰਹੇ ਹਨ। ਜਿਨਸਾਂ ਦਾ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਕੇਂਦਰ ਸਰਕਾਰ ਦੀਆਂ ਅੰਨ ਦੀ ਥੁੜ ਦੂਰ ਕਰਨ ਦੀ ਲੋੜ ਵਿੱਚੋਂ ਨਿਕਲੀਆਂ ਯੋਜਨਾਵਾਂ ਹਨ, ਅਤੇ ਹੁਣ ਜਦ ਇਹ ਲੋੜ ਪੂਰੀ ਹੋ ਗਈ ਤਾਂ ਕੌਮਾਂਤਰੀ ਤਾਕਤਾਂ ਦੇ ਦਬਾਅ ਹੇਠ ਖੇਤੀ ਖੇਤਰ 'ਚ ਪੂੰਜੀ ਨਿਵੇਸ਼ ਦੇ ਦਰਵਾਜ਼ੇ ਖੋਲ੍ਹਣ ਦੀ ਨੀਤੀ ਤਹਿਤ ਖੇਤੀ ਉਤਪਾਦਨ ਅਤੇ ਵਪਾਰ ਕਾਰਪੋਰੇਟਰਾਂ ਦੇ ਹੱਥਾਂ 'ਚ ਦੇਣ ਲਈ ਇਹ ਨਵੇਂ ਕਾਨੂੰਨ ਲਿਆਂਦੇ ਗਏ ਹਨ। ਪਹਿਲੀ ਲੋੜ 'ਚੋਂ ਨਿਕਲੀ ਸਮਰਥਨ ਮੁੱਲ ਅਤੇ ਯਕੀਨੀ ਮੰਡੀ ਦੀ ਨੀਤੀ ਨਵੇਂ ਕਾਨੂੰਨਾਂ ਦੇ ਮੇਚ ਨਹੀਂ ਆਉਂਦੀ। ਇਸ ਕਰਕੇ ਕਾਨੂੰਨ ਦੇ ਲਾਗੂ ਹੁੰਦਿਆਂ ਲੱਖ ਭਰੋਸਿਆਂ ਦੇ ਬਾਵਜੂਦ ਖਰੀਦ ਦੇ ਨਵੇਂ ਢਾਂਚੇ ਦਾ ਉੱਭਰਨਾ ਕੁਦਰਤੀ ਹੈ। ਇਹੀ ਵਜ੍ਹਾ ਹੈ ਕਿ ਮਰਜ਼ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਖਤਮ ਹੋਣਾ ਨਹੀਂ, ਸਗੋਂ ਲਾਗੂ ਹੋਣ ਵਾਲੇ ਕਾਨੂੰਨ ਹਨ, ਅਤੇ ਸਮਰਥਨ ਮੁੱਲ ਅਤੇ ਯਕੀਨੀ ਮੰਡੀ ਦਾ ਟੁੱਟਣਾ ਤਾਂ ਇਸ ਮਰਜ਼ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਇਸ ਮਰਜ਼ ਦੇ ਲੱਛਣ ਹਨ। ਇਸ ਕਰਕੇ ਲੱਛਣਾਂ ਉੱਪਰ ਯਕੀਨੀ ਦਹਾਨੀ ਬੇਅਰਥ ਹੈ। ਸੋ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਹ ਲੱਛਣ ਨੇ ਭਾਈ, ਇਹ ਸਮਰਥਨ ਮੁੱਲ ਵਾਲਾ ਹੀ ਇਕੱਲਾ ਮਸਲਾ ਨਹੀਂ, ਮਸਲੇ ਇਹਦੇ ਨਾਲ ਸਾਰੇ ਜੁੜੇ ਹੋਏ ਨੇ। ਅਗਲੇ ਉਹਦੇ 'ਚ ਲਿਖਦੇ ਨੇ ਖੇਤੀ ਗੈਰ ਖੇਤੀ ਕੰਪਨੀਆਂ ਦੇ ਹੱਥ। ਮੇਜਰ ਸਿੰਘ ਹੋਰਾਂ ਨੇ ਇਸ ਸਿਰਲੇਖ ਦੇ ਹੇਠ ਅੱਗੇ ਲਿਖਿਆ ਕਿ ਖੇਤੀ ਗੈਰ ਖੇਤੀ ਕੰਪਨੀਆਂ ਦੇ ਹੱਥ। ਨਵੇਂ ਖੇਤੀ ਕਾਨੂੰਨ ਭਾਰਤ ਦੇ ਕਿਸਾਨਾਂ ਦੀ ਆਜ਼ਾਦ ਭਾਈਚਾਰਕ ਅਰਥ ਵਿਵਸਥਾ ਨੂੰ ਤਬਾਹ ਕਰਕੇ ਖੇਤੀ ਖੇਤਰ ਨੂੰ ਮੁਕੰਮਲ ਰੂਪ 'ਚ ਅਮਲ ਦੀ ਮੰਡੀ ਉੱਪਰ ਨਿਰਭਰ ਕਰਨ ਵੱਲ ਸੇਧਤ ਹਨ। ਫਿਰ ਹੋਣੀ ਨੂੰ ਕਿਸਾਨ ਖੁਦ ਨਹੀਂ ਸਗੋਂ ਮੰਡੀ ਤੈਅ ਕਰੇਗੀ। ਨਵੇਂ ਕਾਨੂੰਨਾਂ 'ਚ ਰਾਜਾਂ ਦੇ ਕਾਨੂੰਨਾਂ ਨੂੰ ਛੁਟਿਆ ਕੇ ਖੁੱਲ੍ਹੀ ਮੰਡੀ ਦਾ ਢਾਂਚਾ ਸਿਰਜਣ ਦਾ ਬੰਦੋਬਸਤ ਕੀਤਾ ਗਿਆ, ਪਰ ਸਾਡਾ ਹੁਣ ਦਾ ਤਜਰਬਾ ਦੱਸਦਾ ਹੈ ਕਿ ਕਰੋਨਾ ਆਫਤ ਸਮੇਂ ਭਾਵੇਂ ਖੇਤੀ ਖੇਤਰ ਮੰਦੀ ਦੀ ਮਾਰ ਹੇਠ ਹੈ, ਪਰ ਫਿਰ ਵੀ ਪੈਦਾਵਾਰ ਕਿਧਰੇ ਵੀ ਘਟੀ ਨਹੀਂ, ਅਤੇ ਅਰਥ ਸ਼ਾਸਤਰੀ ਇਸ ਗੱਲ ਦੀ ਵੀ ਗਵਾਹੀ ਭਰਦੇ ਹਨ ਕਿ ਖੇਤੀ ਖੇਤਰ ਹੀ ਭਾਰਤ ਦੇ ਅਰਥਚਾਰੇ ਨੂੰ ਬਚਾ ਰਿਹਾ ਹੈ। ਸੋ ਜਿਹੜਾ ਖੇਤੀ ਖੇਤਰ ਹੁਣ ਤੱਕ ਡਿੱਗ ਰਹੀ ਭਾਰਤ ਦੀ ਅਰਥ ਵਿਵਸਥਾ ਨੂੰ ਬਚਾ ਰਿਹਾ, ਇਹ ਉਸੇ ਨੂੰ ਵੀ ਡਿੱਗਣ 'ਤੇ ਲੱਗੇ ਨੇ। ਸੋ ਇਹ ਜਿਹੜੀ ਵੱਡੀ ਚਿੰਤਾ ਉਸ ਵੱਲ ਇਸ਼ਾਰਾ ਕਰਦੇ ਮੇਜਰ ਸਿੰਘ ਲਿਖਦੇ ਨੇ ਕਿ ਅਰਥ ਸ਼ਾਸਤਰੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਖੇਤੀ ਖੇਤਰ ਹੀ ਭਾਰਤ ਦੇ ਅਰਥਚਾਰੇ ਨੂੰ ਬਚਾ ਰਿਹਾ ਹੈ। ਇਹ ਕੋਈ ਰੱਬੀ ਕ੍ਰਿਸ਼ਮਾ ਨਹੀਂ, ਸਗੋਂ ਮੁੱਖ ਰੂਪ ਕਿਸਾਨੀ ਦੀ ਕੁਦਰਤੀ ਆਜ਼ਾਦ ਹੋਂਦ ਅਤੇ ਆਤਮ ਨਿਰਭਰ ਅਰਥਚਾਰੇ ਕਾਰਨ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਮਾਜਿਕ ਅਤੇ ਪੂੰਜੀ ਵਿਕਾਸ ਨਾਲ ਛੋਟੇ ਕਿਸਾਨਾਂ ਦੀ ਤਬਾਹੀ ਅਤੇ ਵੱਡੇ ਧਨੀ ਕਿਸਾਨਾਂ ਦਾ ਬਚਣਾ ਸੁਭਾਵਿਕ ਹੈ, ਪਰ ਇਹ ਬੜਾ ਸਹਿਜ ਲੰਮਾ ਚਿਰ ਹੁੰਦਾ ਹੈ ਅਤੇ ਇੰਨਾ ਪੀੜਾਦਾਇਕ ਨਹੀਂ ਹੁੰਦਾ।
ਪੰਜਾਬ ਵਿੱਚ ਜ਼ਮੀਨੀ ਸੁਧਾਰ ਹੋਇਆ 50 ਸਾਲ ਬੀਤ ਗਏ ਹਨ, ਪਰ ਵੱਡਾ ਹਿੱਸਾ ਗਰੀਬ ਤੇ ਛੋਟੀ ਕਿਸਾਨੀ ਅਜੇ ਵੀ ਕਾਇਮ ਹੈ। ਪਰ ਨਵੇਂ ਖੇਤੀ ਕਾਨੂੰਨ ਵੱਡੇ ਪੂੰਜੀ ਨਿਵੇਸ਼ ਨਾਲ ਕਿਸਾਨੀ ਦੇ ਵੱਡੇ ਹਿੱਸਿਆਂ ਦੇ ਉਜਾੜੇ ਦਾ ਰਾਹ ਖੋਲ੍ਹਦੇ ਹਨ, ਜਿਸ ਨਾਲ ਨਵੀਆਂ ਸਮੱਸਿਆਵਾਂ ਖਾਸ ਕਰ ਬੇਰੁਜ਼ਗਾਰੀ ਤੇ ਕਿਸਾਨੀ ਦੇ ਵੱਡੇ ਹਿੱਸੇ ਨੂੰ ਖੇਤੀ ਚੋਂ ਬਾਹਰ ਕਰਨ ਦਾ ਰਾਹ ਖੋਲ੍ਹਦੇ ਹਨ। ਸੋ ਸਭ ਤੋਂ ਬੜਾ ਖਤਰਾ ਜਿਹੜਾ ਮੂਹਰੇ ਖੜਾ ਹੈ, ਇੱਕ ਤਾਂ ਇਹਦੇ ਨਾਲ ਬੇਰੁਜ਼ਗਾਰੀ ਆਉਣੀ ਹੈ, ਛੋਟੇ ਕਿਸਾਨਾਂ ਦਾ ਖਤਮ ਹੋਣ ਦਾ ਖਤਰਾ ਬਿਲਕੁਲ ਇਹ ਪਹਿਲੇ ਪੜਾਅ 'ਚ ਖੜਾ ਹੈ। ਸੋ ਕਹਿੰਦੇ ਕਿ ਇਹ ਖੇਤੀ ਚੋਂ ਬਾਹਰ ਆਉਣ ਵਾਲਾ ਰਾਹ ਪਹਿਲਾਂ ਹੀ ਬਾਹਰ ਨੂੰ ਜਾ ਰਹੀ ਹੈ ਪੰਜਾਬ ਦੀ ਜਵਾਨੀ ਤਾਂ, ਅਤੇ ਦੂਸਰਾ ਜੇਕਰ ਸਾਰੇ ਹੀ ਤਰ੍ਹਾਂ ਖੇਤੀ ਚੋਂ ਬਾਹਰ ਆਈਆਂ ਅਤੇ ਗੈਰ ਖੇਤੀ ਕਰਨ ਵਾਲੀਆਂ ਕੰਪਨੀਆਂ ਦੇ ਹੱਥ ਖੇਤੀ ਗਈ ਤਾਂ ਕਿਤੇ ਹੋਰ ਦੇਸ਼ ਦਾ ਅਰਥਚਾਰਾ ਨਾ ਵਿਗੜ ਜਾਵੇ, ਉਹਦੇ ਵੱਲ ਅੰਦੇਸ਼ਾ ਕਰਦੇ ਹੋ। ਲਿਖਦੇ ਨੇ ਬੇਰੁਜ਼ਗਾਰੀ ਅਤੇ ਕਿਸਾਨੀ ਦੇ ਵੱਡੇ ਹਿੱਸੇ ਨੂੰ ਖੇਤੀ ਚੋਂ ਬਾਹਰ ਕਰਨ ਦਾ ਰਾਹ ਖੋਲ੍ਹਦੇ ਹਨ। ਖੁੱਲ੍ਹੀ ਮੰਡੀ ਰਾਹੀਂ ਵੱਡੀਆਂ ਸ਼ਾਹੂਕਾਰ ਕਾਰਪੋਰੇਟ ਕੰਪਨੀਆਂ ਦਾ ਖੇਤੀ 'ਚ ਉਤਾਰਾ ਖੇਤੀ ਖੇਤਰ ਦੇ ਬੁਨਿਆਦੀ ਖਾਸੇ ਨੂੰ ਹੀ ਤਬਦੀਲ ਕਰ ਦੇਵੇਗਾ। ਗੈਰ ਖੇਤੀ ਕੰਪਨੀਆਂ ਖੇਤੀ ਦੀਆਂ ਮਾਲਕ ਬਣ ਜਾਣਗੀਆਂ ਅਤੇ ਇੰਝ ਸਮਾਜਿਕ ਲੋੜਾਂ ਲਈ ਪੈਦਾ ਕੀਤਾ ਜਾਣ ਵਾਲਾ ਅੰਨ ਵੀ ਮੁਨਾਫੇ ਦੀ ਮੰਡੀ ਵਿੱਚ ਇੱਕ ਬਸਤ ਬਣ ਜਾਵੇਗਾ। ਤਾਂ ਹੀ ਮੋਦੀ ਜੀ ਕਹਿੰਦੇ ਨੇ ਕਿ ਅਸੀਂ ਹੁਣ ਅੰਨਦਾਤੇ ਨੂੰ ਉਦਯੋਗਪਤੀ ਬਣਾਉਣਾ। ਸੋ ਇਸ ਲਈ ਉਹ ਅੰਨਦਾਤੇ ਨੂੰ ਅੰਨਦਾਤਾ ਵੀ ਨਹੀਂ ਰਹਿਣ ਦੇਣਾ ਚਾਹੁੰਦੇ। ਫਿਰ ਉਹ ਮਤਲਬ ਢਿੱਡ ਦੀ ਭੁੱਖ ਮਿਟਾਉਣ ਲਈ ਜਿਹੜਾ ਅੰਨ ਪੈਦਾ ਕੀਤਾ ਜਾ ਰਿਹਾ ਉਹ ਫਿਰ ਬਜ਼ਾਰੂ ਵਸਤੂ ਬਣ ਕੇ ਰਹਿ ਜਾਏਗਾ, ਮੁਨਾਫੇ ਦੀ ਵਸਤੂ ਬਣ ਕੇ ਰਹਿ ਜਾਏਗਾ ਜਦੋਂ ਕੰਪਨੀਆਂ ਦੇ ਹੱਥ ਚਲਾ ਗਿਆ। ਅਗਲੇ ਵਿੱਚ ਲਿਖਦੇ ਨੇ ਸੰਵਿਧਾਨਕ ਸੰਘੀ ਢਾਂਚੇ ਨੂੰ ਮਾਰ। ਮੇਜਰ ਸਿੰਘ ਹੋਰੀ ਲਿਖਦੇ ਨੇ ਕਿ ਖੇਤੀ ਖੇਤਰ ਭਾਰਤੀ ਸੰਵਿਧਾਨ ਮੁਤਾਬਕ ਰਾਜਾਂ ਦਾ ਵਿਸ਼ਾ ਹੈ ਅਤੇ ਮੋਦੀ ਸਰਕਾਰ ਨੇ ਖੇਤੀ ਬਾਰੇ ਕੇਂਦਰੀ ਕਾਨੂੰਨ ਬਣਾ ਕੇ ਸੰਘੀ ਢਾਂਚੇ ਦੀ ਉਲੰਘਣਾ ਕੀਤੀ ਹੈ। ਸੰਘੀ ਭਾਵਨਾ ਦੇ ਉਲਟ ਜਾ ਕੇ ਬਣਾਏ ਖੇਤੀ ਕਾਨੂੰਨ ਮਹਿਜ ਤਕਨੀਕੀ ਮਸਲਾ ਨਹੀਂ, ਇਸ ਦਾ ਸਿੱਟਾ ਭਾਰਤ ਦੀਆਂ ਖੇਤਰੀ ਪਛਾਣਾਂ ਅਤੇ ਇੱਛਾਵਾਂ ਦੇ ਮਧੋਲੇ ਜਾਣ ਅਤੇ ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰ ਦੇ ਵਿਗਾੜਨ ਉੱਪਰ ਵੀ ਪਵੇਗਾ। ਦੇਸ਼ ਦੀਆਂ ਖੇਤਰੀ ਪਛਾਣਾਂ ਅਤੇ ਇੱਛਾਵਾਂ ਦੇ ਵਾਹਕ ਆਮ ਕਰਕੇ ਖੇਤੀ ਨਾਲ ਜੁੜੇ ਲੋਕ ਬਣਦੇ ਹਨ। ਇੰਝ ਇਹ ਕਾਨੂੰਨ ਭਾਰਤ ਦੀ ਨਿਵੇਕਲੀ ਬਹੁਰੰਗੀ ਪਛਾਣ ਦੇ ਖੋਰੇ ਵੱਲ ਵੀ ਸਿੱਧ ਹੋਵੇਗਾ। ਸੋ ਸਾਡੀ ਜਿਹੜੀ ਖੇਤਰੀ ਪਹਿਚਾਣ ਹੈ, ਭਾਸ਼ਾਈ ਪਹਿਚਾਣ ਹੈ, ਸੱਭਿਆਚਾਰਕ ਪਹਿਚਾਣ ਹੈ, ਉਸ ਨੂੰ ਵੀ ਸੱਟ ਮਾਰੇਗਾ। ਸੰਘੀ ਢਾਂਚੇ ਨੂੰ ਵੀ ਉਸ ਹਵਾਲੇ ਨਾਲ ਮਤਲਬ ਕਿ ਬਹੁਤ ਵੱਡੀ ਮਾਰ ਪੈ ਸਕਦੀ ਹੈ ਇਹਦੇ ਨਾਲ। ਅਖੀਰ 'ਚੋਂ ਲਿਖਦੇ ਨੇ ਜ਼ਖੀਰੇਬਾਜ਼ੀ ਅਤੇ ਚੋਰ ਬਜ਼ਾਰੀ। ਜਿਹੜੀ ਗੱਲ ਹੈ ਕਿ ਤੁਸੀਂ ਜਿੰਨਾ ਮਰਜ਼ੀ ਮਾਲ ਰੱਖ ਸਕਦੇ ਹੋ, ਜਿੰਨਾ ਮਰਜ਼ੀ ਸਟੋਰ ਕਰ ਸਕਦੇ ਹੋ, ਕਿਹਨੇ ਕਰਨਾ? ਸੋ ਆਪਣੀ ਗੱਲ ਨੂੰ ਸਮੇਟਦੇ ਮੇਜਰ ਸਿੰਘ ਹੋਰੀ ਅਖੀਰ 'ਚ ਲਿਖਦੇ ਨੇ ਨਵੇਂ ਖੇਤੀ ਕਾਨੂੰਨ ਜ਼ਰੂਰੀ ਵਸਤਾਂ ਦੇ ਭੰਡਾਰ ਦੀ ਪੂਰੀ ਖੁੱਲ੍ਹ ਦਿੰਦੇ ਹਨ। ਇਹ ਖੁੱਲ੍ਹ ਤਹਿਤ ਕੋਈ ਵੀ ਵਪਾਰੀ ਜਾਂ ਕੰਪਨੀ ਜਿੱਥੇ ਮਰਜ਼ੀ ਕਿਸੇ ਵਸਤੂ ਨੂੰ ਖਰੀਦ ਕੇ ਭੰਡਾਰ ਕਰ ਲਵੇ ਅਤੇ ਜਦ ਮਰਜ਼ੀ ਵੇਚੇ। ਇਹ ਕਾਨੂੰਨ ਪੂਰੇ ਭਾਰਤੀ ਸਮਾਜ ਨੂੰ ਖੁੱਲ੍ਹੀ ਮੰਡੀ ਦੇ ਮੁਨਾਫਾਖੋਰ ਦੌਰ ਵੱਲ ਧੱਕਣ ਵਾਲੇ ਹਨ। ਸੋ ਇਹ ਖੁੱਲ੍ਹੀ ਮੰਡੀ ਨੂੰ ਮੁਨਾਫਾਖੋਰ ਵਾਲੇ ਦੌਰ 'ਚ ਧੱਕ ਦੇਣਗੇ। ਕਹਿੰਦੇ ਖੁੱਲ੍ਹੀ ਮੰਡੀ ਦਾ ਮੁਨਾਫਾਖੋਰ ਦੌਰ ਚੱਲੇਗਾ ਜਿਹਦੇ ਵਿੱਚ ਆਮ ਲੋਕਾਂ ਲਈ ਕੋਈ ਥਾਂ ਨਹੀਂ ਹੋਏਗੀ। ਮੁਨਾਫੇਬਾਜ਼ੀ ਦੀ ਹੋੜ ਜ਼ਖੀਰੇਬਾਜ਼ੀ ਅਤੇ ਕਾਲਾ ਬਾਜ਼ਾਰੀ ਵੱਲ ਹੀ ਧੱਕੇਗੀ। ਪਿਛਲੇ ਦਿਨਾਂ ਤੋਂ ਬਿਹਾਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਝੋਨੇ ਦੇ ਸੈਂਕੜੇ ਟਰੱਕਾਂ ਦੇ ਪੰਜਾਬ ਦੀਆਂ ਮੰਡੀਆਂ ਵਿੱਚ ਆ ਕੇ ਵਿਕਣ ਦੀਆਂ ਖਬਰਾਂ ਸਭ ਦੇ ਕੰਨ ਖੋਲ੍ਹਣ ਵਾਲੀਆਂ ਹਨ। ਬਾਹਰਲੇ ਰਾਜਾਂ ਦੇ ਵਪਾਰੀ ਨਵੇਂ ਕਾਨੂੰਨਾਂ ਦੇ ਬੰਧਨ ਮੁਕਤ ਵਪਾਰ ਦਾ ਲਾਭ ਉਠਾ ਕੇ ਮੁਨਾਫਾਖੋਰੀ ਕਰ ਜਾਣਗੇ ਅਤੇ ਪੰਜਾਬ ਦੇ ਕਿਸਾਨ ਹੱਥ ਮਲਦੇ ਰਹਿ ਜਾਣਗੇ। ਯੂਪੀ ਬਿਹਾਰ ਵਾਲੇ ਤਾਂ ਮਲਣਗੇ, ਪੰਜਾਬ ਦੇ ਕਿਸਾਨ ਵੀ ਮਲਣਗੇ। ਇਸ ਤਰ੍ਹਾਂ ਨਤੀਜਾ ਇਹ ਹੈ ਕਿ ਨਵੇਂ ਖੇਤੀ ਕਾਨੂੰਨ ਨਾ ਸਿਰਫ ਸਮਰਥਨ ਮੁੱਲ ਅਤੇ ਯਕੀਨੀ ਮੰਡੀ ਦਾ ਬਿਸਤਰਾ ਗੋਲ ਕਰਨ ਵਾਲੇ ਹਨ, ਸਗੋਂ ਇਸ ਤੋਂ ਪਹਿਲਾਂ ਖੁੱਲ੍ਹੀ ਮੰਡੀ, ਠੇਕਾ ਖੇਤੀ ਅਤੇ ਜ਼ਖੀਰੇਬਾਜ਼ੀ ਦੀ ਖੁੱਲ੍ਹ ਕਾਰਪੋਰੇਟ ਜਗਤ ਦੇ ਜ਼ਮੀਨ ਉੱਪਰ ਕਬਜ਼ੇ ਦਾ ਰਾਹ ਖੋਲ੍ਹਣ ਵਾਲੀ ਹੈ। ਸੋ ਕਹਿੰਦੇ ਕਿ ਕਿਤੇ ਨਾ ਕਿਤੇ ਸਾਰਾ ਕੁਝ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਵਾਲੀ ਕਹਾਣੀ ਹੈ। ਕਾਰਪੋਰੇਟ ਜਗਤ ਤੁਹਾਡੀ ਜ਼ਮੀਨਾਂ 'ਤੇ ਕਬਜ਼ੇ ਦਾ ਰਾਹ ਖੋਲ੍ਹੇਗਾ ਇਸ ਨਵੇਂ ਖੇਤੀ ਕਾਨੂੰਨਾਂ ਦੀ ਆੜ ਦੇ ਵਿੱਚ। ਸੋ ਇਸ ਲਈ ਜਾਗਣ ਦੀ ਲੋੜ ਹੈ। ਇਸ ਦਾ ਨਤੀਜਾ ਇਹ ਹੈ ਕਿ ਨਵੇਂ ਖੇਤੀ ਕਾਨੂੰਨ ਨਾ ਸਿਰਫ ਸਮਰਥਨ ਮੁੱਲ ਅਤੇ ਯਕੀਨੀ ਮੰਡੀ ਦਾ ਬਿਸਤਰਾ ਗੋਲ ਕਰਨ ਵਾਲੇ ਹਨ, ਸਗੋਂ ਇਸ ਤੋਂ ਵੀ ਪਹਿਲਾਂ ਖੁੱਲ੍ਹੀ ਮੰਡੀ, ਠੇਕਾ ਖੇਤੀ ਅਤੇ ਜ਼ਖੀਰੇਬਾਜ਼ੀ ਦੀ ਖੁੱਲ੍ਹ ਕਾਰਪੋਰੇਟ ਜਗਤ ਦੇ ਜ਼ਮੀਨ ਉੱਪਰ ਕਬਜ਼ੇ ਦਾ ਰਾਹ ਖੋਲ੍ਹਣ ਵਾਲੀ ਹੈ। ਜਿਸ ਕਰਕੇ ਖੇਤੀ ਵਿੱਚ ਕਾਰਪੋਰੇਟ ਵਿਕਾਸ ਮਾਡਲ ਨੂੰ ਰੋਕੇ ਬਗੈਰ ਇਕੱਲੇ ਸਮਰਥਨ ਮੁੱਲ ਨਾਲ ਕੁਝ ਨਹੀਂ ਬਣਨਾ। ਸੋ ਕਹਿੰਦੇ ਕਿ ਇਕੱਲੇ ਸਮਰਥਨ ਮੁੱਲ ਵਾਲਾ ਮਸਲਾ ਨਹੀਂਗਾ, ਮਸਲਾ ਹਰ ਪੜਾਅ 'ਤੇ ਪਹਿਰਾ ਦੇਣ ਦੀ ਲੋੜ ਹੈ। ਸੋ ਇਸ ਹਵਾਲੇ ਨਾਲ ਅੱਜ ਇਹ ਲਿਖਤਾਂ, ਅੱਜ ਇਹ ਲੇਖ ਅੱਜ ਇਹ ਇਬਾਰਤ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਸੀ। ਸੋ ਫਿਰ ਪਰਤਾਂਗੇ, ਨਵੀਂ ਖਬਰਾਂ ਦੀ ਕਰਾਂਗੇ ਫਰੋਲਾ ਫਰਲੀ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।